ਜੀ ਆਪਾਂ ਨੂੰ ਸਤਿਗੁਰੂ ਦਾ ਉਪਦੇਸ਼ ਫਿਰ ਹੀ ਮਿਲੇਗਾ, ਫਿਰ ਹੀ ਦਰਸ਼ਨ ਕਰ ਸਕਾਂਗੇ। ਪਰ ਜੇਕਰ ਹੰਕਾਰ ਨਾ ਛੱਡਿਆ, ਜੇਕਰ ਬੰਦਾ ਆਖਦੇ ਵੀ ਮੈਂ ਨੀਵਾਂ ਹੋਣਾ ਹੀ ਨਹੀਂ, ਪੌੜੀਆਂ ਉਤਰਨੀਆਂ ਹੀ ਨਹੀਂ, ਫਿਰ ਹਰੀ ਦੇ ਮੰਦਰ ਦੇ ਦਰਸ਼ਨ ਨਹੀਂ ਕਰ ਸਕੇਗਾ। ਪਹਿਲਾਂ ਨਿਮਾਣਾ ਹੋਣਾ ਪਵੇਗਾ। ਸੋ ਸਾਹਿਬ ਜੀ ਨੇ ਬਾਬਾ ਬੁੱਢਾ ਸਾਹਿਬ ਜੀ ਨੂੰ ਕਿਹਾ, ਬੁੱਢਾ ਸਾਹਿਬ ਖੋਲ੍ਹੋ ਗ੍ਰੰਥ, ਲੇਹੋ ਆਵਾਜ਼ ਸੁਣੈ ਸਭ ਪੰਥ। ਲੈ ਆਵਾਜ਼ ਬੁੱਢਾ ਤਾਂ ਬੋਲਾ, ਸੂਹੀ ਮਹੱਲਾ ਪੰਜਵਾਂ। ਸੰਤਾਂ ਕੇ ਕਾਰਜ ਆਪ ਖਲੋਇਆ, ਹਰ ਕੰਮ ਕਰਾਵਣ ਆਇਆ ਰਾਮ। ਧਰਤ ਸੁਹਾਵੀ ਤਾਲ ਸੁਹਾਵਾ, ਵਿੱਚ ਅੰਮ੍ਰਿਤ ਜਲ ਛਾਇਆ ਰਾਮ। ਇਹ ਪਹਿਲਾ ਹੁਕਮਨਾਮਾ ਸਾਹਿਬ ਸੂਹੀ ਰਾਗ ਦੇ ਅੰਦਰ ਮਹਾਰਾਜ ਜੀ ਨੇ ਬਖਸ਼ਿਆ ਪ੍ਰਕਾਸ਼ਮਾਨ ਹੋ ਕੇ। ਸੋ ਉਸ ਦਿਨ ਤੋਂ ਸਤਿਗੁਰੂ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ ਨੇ ਸਾਨੂੰ ਸ਼ਬਦ ਦੇ ਲੜ ਲਾ ਦਿੱਤਾ, ਗੁਰੂ ਗ੍ਰੰਥ ਸਾਹਿਬ ਦੇ ਲੜ ਲਾ ਦਿੱਤਾ। ਜਿਸ ਦਿਨ ਪਹਿਲੀ ਵਾਰ ਹਰਿਮੰਦਰ ਸਾਹਿਬ ਦੇ ਅੰਦਰ 1604 ਈਸਵੀ ਨੂੰ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਪ੍ਰਕਾਸ਼ ਹੋਇਆ, ਉਹ ਦਿਹਾੜਾ ਹੈ ਜੀ ਪਹਿਲਾ ਪ੍ਰਕਾਸ਼ ਪੁਰਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ। ਤੇ ਸਾਧ ਸੰਗਤ ਜੀ, ਇੰਨਾ ਸਨਮਾਨ ਸਤਿਗੁਰੂ ਨੇ ਸ਼ਬਦ ਨੂੰ ਬਖਸ਼ਿਆ ਕਿ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜਿਸ ਦਿਨ ਹਰਿਮੰਦਰ ਦੇ ਵਿੱਚ ਸਤਿਗੁਰੂ ਸੱਚੇ ਪਾਤਸ਼ਾਹ ਜੀ ਦਾ ਪ੍ਰਕਾਸ਼ ਹੋਇਆ ਬਾਣੀ ਦਾ, ਰਾਤ ਨੂੰ ਸੁਖਾਸਨ ਹੋਇਆ। ਜਿੱਥੇ ਕੋਠਾ ਸਾਹਿਬ ਹੈ, ਅੱਜ ਵੀ ਅਕਾਲ ਤਖਤ ਸਾਹਿਬ ਤੇ ਜਿੱਥੇ ਸੁਖਾਸਨ ਸਾਹਿਬ ਹੁੰਦਾ ਉਹਨੂੰ ਆਪਾਂ ਕੋਠਾ ਸਾਹਿਬ ਆਨੇ ਹਾਂ। ਉੱਥੇ ਸਤਿਗੁਰੂ ਸੱਚੇ ਪਾਤਸ਼ਾਹ ਆਪ ਵਿਰਾਜਮਾਨ ਹੁੰਦੇ ਸਨ, ਵਿਸ਼ਰਾਮ ਕਰਦੇ ਸਨ, ਆਪ ਰਾਤ ਬਤੀਤ ਕਰਦੇ ਸਨ। ਸਾਧ ਸੰਗਤ ਜੀ, ਜਿੱਦਣ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਪਹਿਲਾ ਪ੍ਰਕਾਸ਼ ਹਰਿਮੰਦਰ ਸਾਹਿਬ ਹੁੰਦਾ ਹੈ, ਉਸ ਦਿਨ ਤੋਂ ਬਾਅਦ ਕੋਠਾ ਸਾਹਿਬ ਵਿਖੇ ਗੁਰੂ ਅਰਜਨ ਦੇਵ ਸਾਹਿਬ ਆਪ ਭੁੰਜੇ ਜ਼ਮੀਨ 'ਤੇ ਲੰਮੇ ਪੈਂਦੇ ਹਨ ਅਤੇ ਪਲੰਘੇ ਦੇ ਉੱਤੇ ਸ਼ਬਦ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹੁੰਦਾ ਹੈ। ਉਸ ਦਿਨ ਤੋਂ ਬਾਅਦ ਗੁਰੂ ਅਰਜਨ ਦੇਵ ਸਾਹਿਬ ਕਦੀ ਚਾਰਪਾਈ 'ਤੇ ਉੱਤੇ ਲੰਮੇ ਨਹੀਂ ਪਏ। ਅੱਜ ਵੀ ਜਦੋਂ ਆਪਾਂ ਦਰਸ਼ਨਾਂ ਵਾਸਤੇ ਜਾਈਏ ਨਾ, ਅਕਾਲ ਤਖਤ ਸਾਹਿਬ ਕੋਠਾ ਸਾਹਿਬ ਜਿੱਥੇ ਮਹਾਰਾਜ ਜੀ ਦਾ ਸੁਖਾਸਨ ਹੁੰਦਾ ਹੈ, ਉੱਥੇ ਅੱਜ ਵੀ ਉਹ ਪਲੰਘ ਥੱਲੇ ਇੱਕ ਚਿੱਟੀ ਚਾਦਰ ਵਿਛੀ ਹੁੰਦੀ ਹੈ, ਜਿਹੜੀ ਅੱਜ ਵੀ ਉਹ ਭਾਵ ਦਰਸਾਉਂਦੀ ਹੈ। ਉਹੀ ਗੱਲ ਚੇਤਾ ਕਰਵਾਉਂਦੀ ਹੈ ਕਿ ਗੁਰਬਾਣੀ ਦੇ ਸਤਿਕਾਰ ਵਾਸਤੇ ਗੁਰੂ ਅਰਜਨ ਦੇਵ ਸਾਹਿਬ ਪਲੰਘੇ ਦੇ ਥੱਲੇ ਲੰਮੇ ਪੈਂਦੇ ਰਹੇ। ਸੋ ਇਹ ਸਾਹਿਬ ਜੀ ਨੇ ਸਾਡੇ ਵਾਸਤੇ ਪੂਰਨੇ ਪਾਏ। ਹੁਣ ਮਹਾਰਾਜ ਜੀ ਦਾ ਗੁਰਬਾਣੀ ਅੰਦਰ ਬਚਨ ਹੈ, ਗੁਰਬਾਣੀ ਇਸ ਜਗ ਮਹਿ ਚਾਨਣ, ਕਰਮ ਵਸੈ ਮਨ ਆਏ। ਗੁਰਬਾਣੀ ਨੂੰ ਚਾਨਣ ਦੱਸਿਆ ਹੈ ਕਿ ਜਿਹੜੀ ਗੁਰੂ ਕੀ ਬਾਣੀ ਹੈ ਨਾ, ਇਹ ਸ਼ਬਦ ਗੁਰੂ ਗ੍ਰੰਥ ਸਾਹਿਬ ਮਹਾਰਾਜ, ਇਹ ਚਾਨਣ ਹਨ, ਪ੍ਰਕਾਸ਼ ਹਨ। ਪ੍ਰਕਾਸ਼ ਸ਼ਬਦ ਵਰਤਿਆ, ਕਿਉਂ ਵਰਤਿਆ? ਕਿਉਂਕਿ ਜਿਹੜਾ ਹਨੇਰਾ ਹੈ ਨਾ, ਜਿੰਨਾ ਚਿਰ ਮਨੁੱਖ ਹਨੇਰੇ ਦੇ ਵਿੱਚ ਹੈ, ਉਹਨਾਂ ਚਿਰ ਸਾਧ ਸੰਗਤ ਜੀ ਆਪਣੇ ਰਾਹ ਤੋਂ ਖੁੰਝਿਆ ਰਹੇਗਾ। ਹੁਣ ਮਨੁੱਖ ਹਨੇਰੇ ਵਿੱਚ ਕਿਹੜੇ ਹੈ? ਆਪਾਂ ਮਹਾਰਾਜ ਆਂਦੇ ਨੇ ਵੀ ਬੰਦਾ ਅਗਿਆਨਤਾ ਦੇ ਹਨੇਰੇ ਵਿੱਚ ਹੈ। ਬੰਦਾ ਆਖੇ ਜੀ ਮੈਂ ਤੇ ਮਹਾਰਾਜ ਵੇਖੋ ਕਿੰਨੀਆਂ ਬਾਹਰ ਲਾਈਟਾਂ ਲਾਈਆਂ, ਰਾਤ ਨੂੰ ਵੀ ਹਨੇਰਾ ਨਹੀਂ ਹੋਣ ਦਿੰਦਾ। ਦਿਨ ਦੀ ਤੇ ਵੱਖਰੀ ਗੱਲ ਹੈ, ਮੈਂ ਤੇ ਜਦੋਂ ਹਨੇਰਾ ਹੁੰਦਾ ਹੈ ਉਦੋਂ ਵੀ ਹਨੇਰਾ ਹੋਣ ਨਹੀਂ ਦਿੱਤਾ। ਕਿੰਨੇ ਸਾਧਨ ਹਨ, ਪਰ ਮਹਾਰਾਜ ਨੇ ਆਖਿਆ ਭਾਵੇਂ ਬਾਹਰੀ ਤੌਰ 'ਤੇ ਜਿੰਨਾ ਮਰਜ਼ੀ ਚਾਨਣ ਹੈ, ਬਾਹਰ ਜਿੰਨਾ ਮਰਜ਼ੀ ਚਾਨਣ ਹੈ, ਪਰ ਜਿੰਨਾ ਚਿਰ ਬੰਦੇ ਦੇ ਜੀਵਨ ਵਿੱਚ ਗਿਆਨ ਨਹੀਂ, ਗੁਰੂ ਦਾ ਉਪਦੇਸ਼ ਨਹੀਂ, ਗੁਰੂ ਦੀ ਦੱਸੀ ਹੋਈ ਜੀਵਨ ਜਾਚ ਨਹੀਂ, ਬੰਦਾ ਉਹਨਾਂ ਚਿਰ ਹਨੇਰੇ ਦੇ ਵਿੱਚ ਹੀ ਹੈ। ਹਨੇਰੇ ਦੇ ਵਿੱਚ ਜਿੰਨਾ ਚਿਰ ਬੰਦਾ ਹੋਵੇਗਾ, ਤੇ ਫਿਰ ਸਾਧ ਸੰਗਤ ਜੀ ਆਪਾਂ ਵੇਖ ਲਈਏ ਵੀ ਬਾਹਰ ਜਿੱਥੇ ਹਨੇਰਾ ਹੈ, ਜਿੱਥੇ ਚਾਨਣ ਦਾ ਸਾਧਨ ਨਹੀਂ, ਆਪਾਂ ਉਹ ਰਾਹ 'ਤੇ ਜਾਵਾਂਗੇ ਤੇ ਠੇਡਾ ਠੁੱਡਾ ਖਾ ਕੇ ਜ਼ਰੂਰ ਡਿੱਗਾਂਗੇ ਜਾਂ ਭਟਕ ਜਾਵਾਂਗੇ। ਇਸੇ ਤਰ੍ਹਾਂ ਹੀ ਜਿੰਨਾ ਚਿਰ ਮਨੁੱਖ ਦੇ ਜੀਵਨ ਦੇ ਵਿੱਚ ਹਨੇਰਾ ਹੈ, ਮਨੁੱਖ ਵੀ ਆਪਣੀ ਮੰਜ਼ਿਲ ਤੋਂ ਭਟਕਿਆ ਰਹਿੰਦਾ ਹੈ। ਹੁਣ ਅਗਿਆਨਤਾ ਦੇ ਹਨੇਰਾ ਜੀਵਨ ਦੇ ਵਿੱਚ ਆਇਆ, ਅਗਿਆਨਤਾ ਦਾ ਹਨੇਰਾ ਹੋਣ ਕਰਕੇ ਬੰਦਾ ਕੀ ਭੁੱਲਿਆ? ਬੰਦਾ ਸਭ ਤੋਂ ਪਹਿਲਾਂ ਇਹ ਭੁੱਲਿਆ ਕਿ ਮੈਂ ਕੀ ਸਾਂ ਤੇ ਕਿਹੜੇ ਕੰਮ ਵਾਸਤੇ ਆਇਆ ਸਾਂ। ਸਾਰੇ ਭੁੱਲੇ ਨਾ, ਮਾਇਆ ਨੇ ਭੁਲਾ ਦਿੱਤਾ। ਹੁਣ ਜੇਕਰ ਆਪਾਂ ਬਾਣੀ ਤੋਂ ਪੁੱਛੀਏ ਮਹਾਰਾਜ ਮੈਂ ਕੀ ਸਾਂ, ਤੇ ਸਤਿਗੁਰੂ ਸਾਹਿਬ ਸਾਨੂੰ ਦੱਸਦੇ ਹਨ, ਬੰਦਿਆ ਤੂੰ ਹੈ ਮਨ, ਤੂੰ ਜੋਤ ਸਰੂਪ ਹੈ, ਤੂੰ ਜੋਤ ਸਰੂਪ ਹੈ, ਤੂੰ ਨਿਰੰਕਾਰ ਵਾਹਿਗੁਰੂ ਦਾ ਇੱਕ ਅੰਸ਼ ਹੈ, ਉਹਦਾ ਇੱਕ ਹਿੱਸਾ ਹੈ। ਆਪਣਾ ਮੂਲ ਪਛਾਣ, ਆਪਣੇ ਆਪ ਦੀ ਪਛਾਣ ਕਰ। ਪਰ ਬੰਦੇ ਨੂੰ ਹੁੰਦੀ ਨਹੀਂ। ਆਪਾਂ ਸਾਰੀ ਮਾਇਆ ਦੇ ਪ੍ਰਭਾਵ ਅਧੀਨ ਆ ਕੇ ਭੁੱਲ ਜਾਂਦੇ ਹਾਂ, ਤੇ ਭੁੱਲਿਆ ਹੋਇਆ ਬੰਦਾ ਫਿਰ ਕਿੱਥੇ ਚੇਤੇ ਕਰਦਾ ਹੈ? ਹੁਣ ਵੇਖੋ, ਆਪਾਂ ਸਾਰੇ ਭਾਵੇਂ ਧਰਮ ਕੋਈ ਵੀ ਹੋਵੇ, ਸਾਰੇ ਧਰਮਾਂ ਦੇ ਵਿੱਚ ਇਹ ਗੱਲ ਤੇ ਮੰਨੀ ਜਾਂਦੀ ਹੈ ਨਾ, ਬੰਦੇ ਵਰਗਾ ਜਿਹੜਾ ਇਹ ਜੂਨ ਮਿਲੀ ਹੈ ਆਪਾਂ ਨੂੰ, ਇਹਦੇ ਵਰਗਾ ਕੋਈ ਸਰੀਰ ਨਹੀਂ ਹੈ, ਇਹਦੇ ਵਰਗਾ ਕੋਈ ਮੌਕਾ, ਇਹਦੇ ਵਰਗੀ ਕੋਈ ਜ਼ਿੰਦਗੀ ਜਾਂ ਜੀਵਨ ਨਹੀਂ ਹੈ। ਸਤਿਗੁਰੂ ਜੀ ਫਰਮਾਉਂਦੇ,
ਇਹ ਜੋ ਜੀਵਨ ਮਿਲਿਆ ਹੈ, ਭਾਈ ਗੁਰਦਾਸ ਜੀ ਫਰਮਾਉਂਦੇ 84 ਲੱਖ ਜੂਨ ਮੈਂ ਉੱਤਮ ਜਨਮ ਸੋ ਮਾਨਸ ਦੇਹੀ। 84 ਲੱਖ ਜੂਨਾਂ ਰੱਬ ਨੇ ਪੈਦਾ ਕੀਤੀਆਂ ਤੇ ਉਹਨਾਂ 84 ਲੱਖ ਜੂਨਾਂ ਦੇ ਵਿੱਚੋਂ ਸਭ ਤੋਂ ਉੱਤਮ ਜਿਹੜਾ ਜਨਮ ਹੈ, ਜੀਵਨ ਹੈ, ਉਹ ਹੈ ਮਨੁੱਖਾ ਦੇਹੀ, ਜੋ ਆਪਾਂ ਨੂੰ ਮਿਲਿਆ ਹੈ। ਪਰ ਬੰਦੇ ਨੂੰ ਜਿੰਨਾ ਚਿਰ ਇਹਦੀ ਸਮਝ ਨਹੀਂ, ਹੁਣ ਵੇਖੋ, ਜਿੰਨਾ ਚਿਰ ਕਿਸੇ ਚੀਜ਼ ਦੀ ਸਮਝ ਨਾ ਹੋਵੇ ਉਹਨਾਂ ਚਿਰ ਆਪਾਂ ਉਹਦੀ ਕਦਰ ਨਹੀਂ ਪਾਉਂਦੇ, ਉਹਦੀ ਕੀਮਤ ਨਹੀਂ ਪਾਉਂਦੇ। ਇੱਕ ਬੱਚਾ ਹੈ, ਬੱਚੇ ਨੂੰ ਹੁਣ ਵੱਡੇ ਨੋਟ ਦਾ ਨਹੀਂ ਪਤਾ, ਉਹਨੂੰ 1000 ਦਾ, 500 ਦਾ, 2000 ਦਾ ਨੋਟ ਫੜਾਵਾਂਗੇ, ਉਹਨੂੰ ਸਮਝ ਨਹੀਂ, ਉਹਨੇ ਕੀ ਕਰਨਾ, ਆਪਣਾ ਉਹਨੂੰ ਬਿਲਕੁਲ ਮਰੋੜ ਮਰਾੜ ਕੇ ਜਾਂ ਪਾੜ ਦੇਵੇਗਾ ਜਾਂ ਮੂੰਹ 'ਚ ਪਾ ਕੇ ਉਹਨੂੰ ਖਰਾਬ ਕਰ ਦੇਵੇਗਾ। ਐਵੇਂ ਆਪਾਂ ਬੱਚੇ ਨੂੰ ਕੋਈ ਚੀਜ਼ ਨੋਟ ਫੜਾ ਦੇਵਾਂਗੇ, ਕੋਈ ਵੱਡਾ 500 ਦਾ, 2000 ਦਾ, ਉਹਨੇ ਐਵੇਂ ਕਰਨਾ, ਕਿਉਂਕਿ ਸਮਝ ਨਹੀਂ। ਅਤੇ ਜਿਨ੍ਹਾਂ ਨੂੰ ਸਮਝ ਆ ਜਾਂਦੀ ਹੈ ਅਤੇ ਫਿਰ ਆਪਾਂ ਬਟਵੇ ਦੇ ਵਿੱਚ ਵੀ ਸਵਾਰ ਕੇ ਰੱਖਦੇ ਹਾਂ 500 ਦੇ, 2000। ਸਮਝ ਆ ਗਈ ਵੀ ਇਹਦੀ ਕੀਮਤ ਹੈ, ਬੱਚੇ ਨੂੰ ਸਮਝ ਨਹੀਂ। ਇਸੇ ਤਰ੍ਹਾਂ ਹੀ ਇੱਕ ਹੀਰਾ ਹੈ, ਹੀਰਾ ਸਿਰਫ ਪਾਰਖੂ ਬੰਦਾ ਸਮਝ ਸਕਦਾ ਹੈ। ਜੋਹਰੀ ਕੋਲ ਜਾਵਾਂਗੇ ਤੇ ਉਹ ਹੀਰੇ ਦੀ ਕੀਮਤ ਪਵੇਗੀ। ਹੁਣ ਆਪਾਂ ਗੁਰੂ ਨਾਨਕ ਦੇਵ ਸਾਹਿਬ ਜੀ ਦੀ ਸਾਖੀ ਸੁਣਦੇ ਹਾਂ ਨਾ, ਜਦੋਂ ਸਤਿਗੁਰੂ ਸੱਚੇ ਪਾਤਸ਼ਾਹ ਪਟਨਾ ਸਾਹਿਬ ਪਹੁੰਚਦੇ ਹਨ, ਗੁਰੂ ਨਾਨਕ ਸਾਹਿਬ ਉੱਥੇ ਪਟਨਾ ਸਾਹਿਬ ਪਹੁੰਚੇ ਤੇ ਮਹਾਰਾਜ ਜੀ ਨੂੰ ਭਾਈ ਮਰਦਾਨਾ ਸਾਹਿਬ ਨੇ ਕਿਹਾ, ਸਤਿਗੁਰੂ ਜੀ ਭੁੱਖ ਲੱਗੀ ਹੈ, ਕੋਈ ਪ੍ਰਸ਼ਾਦੇ ਪਾਣੀ ਦਾ ਪ੍ਰਬੰਧ। ਮਹਾਰਾਜ ਜੀ ਨੇ ਭਾਈ ਮਰਦਾਨਾ ਸਾਹਿਬ ਨੂੰ ਆਪਣੇ ਕੋਲੋਂ ਇੱਕ ਛੋਟਾ ਜਿਹਾ, ਆਖ ਲਈਏ ਵੀ ਟੁਕੜਾ ਜਿਹਾ ਦਿੱਤਾ ਚਮਕਦਾ, ਇੱਕ ਧਾਤ ਦਾ ਚਮਕਦਾ ਟੁਕੜਾ ਦਿੱਤਾ, ਉਹਨੂੰ ਆਪਾਂ ਹੀਰਾ ਆਖ ਲਈਏ ਜਾਂ ਕੋਈ ਚਮਕਦੀ ਚੀਜ਼ ਆਖ ਲਈਏ। ਉਹ ਮਹਾਰਾਜ ਜੀ ਨੇ ਜਿਸ ਵੇਲੇ ਦਿੱਤੀ ਤੇ ਸਤਿਗੁਰੂ ਨੇ ਕਿਹਾ, ਭਾਈ ਸਾਹਿਬ ਜਾਓ ਪਰ ਵੇਚ ਕੇ ਨਹੀਂ ਜੇ ਆਉਣਾ, ਪਰ ਇਹਦਾ ਮੁੱਲ ਪਵਾ ਕੇ ਆਓ, ਵੀ ਮੁੱਲ ਕਿੰਨਾ ਕੁ ਪੈਂਦਾ। ਹੁਣ ਭਾਈ ਮਰਦਾਨਾ ਸਾਹਿਬ ਜੀ ਸਤਿਗੁਰੂ ਜੀ ਕੋਲੋਂ ਉਹ ਪਦਾਰਥ ਲੈ ਕੇ ਬਾਜ਼ਾਰ ਦੇ ਵਿੱਚ ਗਏ, ਵੱਖ-ਵੱਖ ਥਾਵਾਂ 'ਤੇ ਜਾਂਦੇ ਹਨ। ਹੁਣ ਜਿੱਥੇ ਸਬਜ਼ੀ ਵਾਲੇ ਦੀ ਦੁਕਾਨ, ਉਹਨੇ ਆਪਣੇ ਹਿਸਾਬ ਨਾਲ ਕੀਮਤ ਦੱਸ ਦਿੱਤੀ, ਜਿੱਥੇ ਕੱਪੜੇ ਵਾਲੇ ਦੀ ਉਹਨੇ ਆਪਣੇ ਹਿਸਾਬ ਨਾਲ ਦੱਸ ਦਿੱਤੀ। ਐਵੇਂ ਵੱਖ-ਵੱਖ ਥਾਵਾਂ ਤੋਂ ਹੁੰਦੇ ਹੋਏ ਭਾਈ ਮਰਦਾਨਾ ਸਾਹਿਬ ਇੱਕ ਜੋਹਰੀ ਕੋਲ ਪਹੁੰਚਦੇ ਹਨ, ਜਿਹਨੂੰ ਹੀਰਿਆਂ ਦੀ ਪਰਖ ਸੀ, ਸਾਲਸਰਾਏ ਜੋਹਰੀ। ਹੁਣ ਜਿਸ ਵੇਲੇ ਉਹਦੇ ਕੋਲ ਪਹੁੰਚਦੇ ਹਨ ਤੇ ਮਹਾਰਾਜ ਭਾਈ ਮਰਦਾਨਾ ਸਾਹਿਬ ਜੀ ਆਪਣੇ ਕੋਲ ਜਿਹੜਾ ਉਹ ਹੀਰਾ ਸੀ, ਉਹ ਸਾਲਸਰਾਏ ਜੋਹਰੀ ਕੋਲ ਰੱਖਦੇ ਹਨ। ਜਿਸ ਵੇਲੇ ਜੋਹਰੀ ਅੱਗੇ ਹੀਰਾ ਰੱਖਿਆ, ਉਹਨੇ ਹੀਰਾ ਵੇਖਿਆ, ਬੜੇ ਧਿਆਨ ਦੇ ਨਾਲ, ਸਤਿਕਾਰ ਦੇ ਨਾਲ ਵੇਖ ਕੇ ਤੇ ਫਿਰ ਉਸੇ ਤਰ੍ਹਾਂ ਉਹੀ ਪੋਟਲੀ ਦੇ ਵਿੱਚ ਫਿਰ ਪਾ ਦਿੱਤਾ, ਕੱਪੜੇ ਦੇ ਵਿੱਚ ਢੱਕ ਦਿੱਤਾ ਤੇ ਆਪਣੇ ਕੋਲੋਂ 100 ਸੋਨੇ ਦੀਆਂ ਮੋਹਰਾਂ ਭਾਈ ਸਾਹਿਬ ਨੂੰ ਦਿੱਤੀਆਂ। ਭਾਈ ਸਾਹਿਬ ਆਖਣ ਲੱਗੇ, ਮੈਂ ਸਿਰਫ ਮੁੱਲ ਪਵਾਉਣ ਆਇਆ, ਵੇਚਣ ਨਹੀਂ ਆਇਆ। ਤੇ ਉਹ ਸਾਲਸਰਾਏ ਜੋਹਰੀ ਆਖਣ ਲੱਗਾ, ਜੀ ਜਿਹੜੀ ਚੀਜ਼ ਤੁਸੀਂ ਤੁਹਾਡੇ ਕੋਲ ਹੈ ਨਾ, ਇਹਦੀ ਸਿਰਫ ਮੈਂ ਦਰਸ਼ਨੀ ਭੇਟਾ ਦੇ ਰਿਹਾ, ਵੇਖਣ ਦਾ 100 ਸੋਨੇ ਦੀਆਂ ਮੋਹਰਾਂ ਦੇ ਰਿਹਾ। ਜੇਕਰ ਇਹਦੀ ਕੀਮਤ ਪਵਾਓਗੇ ਤੇ ਮੈਂ ਇਹਦੀ ਕੀਮਤ ਦੇ ਹੀ ਨਹੀਂ ਸਕਦਾ, ਜਿੰਨੀ ਅਮੋਲਕ ਚੀਜ਼ ਤੁਹਾਡੇ ਕੋਲ ਹੈ। ਹੁਣ ਵੇਖੋ, ਜਿੰਨਾ ਚਿਰ ਸਮਝ ਨਹੀਂ ਸੀ ਹੈਗੀ ਉਹ ਹੀਰੇ ਦੀ, ਉਹਨਾਂ ਚਿਰ ਵੱਖੋ ਵੱਖ ਲੋਕਾਂ ਨੇ ਆਪਣੇ ਹਿਸਾਬ ਦੇ ਨਾਲ ਉਹਦੀ ਕੀਮਤ ਪਾਈ। ਪਰ ਜਿਹਨੂੰ ਪਰਖ ਸੀ, ਸਾਲਸਰਾਏ ਜੋਹਰੀ ਨੇ ਆਖਿਆ, ਜੀ ਆਹ 100 ਮੋਹਰੇ ਦੀ ਦਰਸ਼ਨੀ ਭੇਟਾ ਹੀ ਲੈ ਜਾਓ, ਕਿਉਂਕਿ ਮੈਂ ਇਹਦਾ ਮੁੱਲ ਤੇ ਚੁਕਾ ਹੀ ਨਹੀਂ ਸਕਦਾ, ਇਹਦੀ ਭੇਟਾ ਨਹੀਂ ਦੇ ਸਕਦਾ। ਹੁਣ ਗੱਲ ਪਰਖ ਦੀ ਹੈ ਤੇ ਪਰਖ ਤੋਂ ਬਾਅਦ ਕਦਰ ਦੀ ਹੈ। ਹੁਣ ਸਰੀਰ ਸਾਰਿਆਂ ਨੂੰ ਮਿਲਿਆ, ਜੀਵਨ ਸਾਰਿਆਂ ਨੂੰ ਮਿਲਿਆ, ਪਰ ਇਹੀ ਜੀਵਨ ਦੀ ਪਰਖ ਜਦੋਂ ਸਤਿਪੁਰਖਾਂ ਰੱਬ ਦੇ ਪਿਆਰਿਆਂ ਨੂੰ ਹੋ ਗਈ, ਜਦੋਂ ਜਿਨ੍ਹਾਂ ਨੂੰ ਪਤਾ ਲੱਗ ਗਿਆ ਵੀ 84 ਲੱਖ ਜੂਨਾਂ ਦੇ ਵਿੱਚੋਂ ਸਭ ਤੋਂ ਚੰਗੀ ਸ੍ਰੇਸ਼ਟ ਜੂਨ ਇਹ ਮਿਲੀ ਹੈ ਆਪਾਂ ਨੂੰ, ਤੇ ਉਹਨਾਂ ਨੇ ਕੀ ਕੀਤਾ, ਉਹਨਾਂ ਨੇ ਫਿਰ ਇੱਕ ਇੱਕ ਆਪਣਾ ਸਾਹ ਵੀ ਬਿਰਥਾ ਨਹੀਂ ਜਾਣ ਦਿੱਤਾ। ਇੱਕ ਇੱਕ ਸਵਾਸ ਦੇ ਨਾਲ ਉਹਨਾਂ ਨੇ ਰੱਬ ਦਾ ਨਾਮ ਜਪਿਆ। ਤੇ ਜਿਨ੍ਹਾਂ ਨੂੰ ਨਹੀਂ ਪਤਾ ਲੱਗਾ, ਉਹ ਸਾਰਾ ਦਿਨ ਨਸ਼ੇ ਪੱਤੇ ਦੇ ਵਿੱਚ ਪਏ ਰਹੇ, ਸ਼ਰਾਬਾਂ ਪੀ ਕੇ ਤੇ ਨਾਲੀਆਂ ਦੇ ਵਿੱਚ ਡਿੱਗੇ ਰਹੇ। ਜਿਹੜਾ ਇਹੀ ਸਰੀਰ ਹੈ, ਇਹੀ ਦੇਹੀ ਹੈ। ਹੁਣ ਵੇਖੋ, ਜਿਹੜੇ ਰੱਬ ਦੇ ਪਿਆਰੇ ਹੁੰਦੇ ਹਨ, ਨਾਮ ਜਪਣ ਵਾਲੇ ਹੁੰਦੇ ਹਾਂ, ਜਿਨ੍ਹਾਂ ਦੇ ਵਾਸਤੇ ਆਪਾਂ ਸ਼ਬਦ ਸੰਤ ਵਰਤਨੇ ਹਾਂ, ਮਹਾਂਪੁਰਖ ਵਰਤਨੇ ਹਾਂ, ਸਾਧ ਵਰਤਨੇ ਹਾਂ। ਹੁਣ ਸਰੀਰ ਤੇ ਉਹਨਾਂ ਦਾ ਆਪਣੇ ਵਰਗਾ ਹੀ ਹੁੰਦਾ ਹੈ ਨਾ, ਕੋਈ ਵੀ ਮਹਾਂਪੁਰਖ ਹਨ, ਸਰੀਰ ਤੇ ਉਹਨਾਂ ਦਾ ਆਪਣੇ ਵਰਗਾ ਹੀ ਹੈ। ਅੱਖਾਂ 2 ਹਨ, ਕੰਨ ਹਨ, ਨੱਕ ਹਨ, ਇਹ ਤੇ ਹੈ ਨਹੀਂ ਵੀ ਉਹਨਾਂ ਦੇ ਸਰੀਰ ਦੀ ਬਣਤਰ ਕੋਈ ਹੋਰ ਹੈ। ਪਰ ਫਰਕ ਇਹ ਹੈ ਵੀ ਉਹਨਾਂ ਦੇ ਅਮਲਾਂ ਦੇ ਵਿੱਚ ਫਰਕ ਹੈ। ਸਾਡੇ ਵਿੱਚ ਤੇ ਮਹਾਂਪੁਰਖਾਂ ਦੇ ਵਿੱਚ ਕੇਵਲ ਇਹੀ ਫਰਕ ਹੈ, ਉਹਨਾਂ ਨੇ ਜੀਵਨ ਨੂੰ ਪਛਾਣ ਲਿਆ ਕਿ ਇਹਦੀ ਕੀਮਤ ਕੀ ਹੈ, ਤੇ ਜਿਨ੍ਹਾਂ ਸਾਡੇ ਵਰਗਿਆਂ ਨੇ ਨਹੀਂ ਪਛਾਣਿਆ, ਉਹ ਐਵੇਂ ਲੰਘਾਈ ਜਾ ਰਹੇ ਹਨ। ਮਹਾਰਾਜ ਨੇ ਕਿਹਾ, ਖਾਣਾ ਪੀਣਾ ਹੱਸਣਾ ਸੌਣਾ ਵਿਸਰ ਗਿਆ ਹੈ ਮਰਨਾ,
ਬੰਦੇ ਨੂੰ ਖਾਣਾ ਚੇਤਾ ਰਿਹਾ, ਪੀਣਾ ਚੇਤਾ ਰਿਹਾ, ਸੰਸਾਰ ਦੇ ਪਦਾਰਥ ਚੇਤਾ ਰਹੇ, ਪਰ ਇਹ ਹਰੇਕ ਬੰਦਾ ਹੀ ਭੁੱਲ ਗਿਆ ਵੀ ਜਿਹੜੇ ਸੰਸਾਰ ਦੇ ਵਿੱਚ ਆਏ ਹਾਂ ਆਪਾਂ ਅਖੀਰ ਨੂੰ ਚਲੇ ਜਾਣਾ ਹੈ। ਮੌਤ ਤੇ ਸਾਰਿਆਂ ਨੂੰ ਹੋਣੀ ਹੈ ਨਾ। ਕੋਈ ਵੀ ਬੰਦਾ ਇਹ ਦਾਅਵਾ ਨਹੀਂ ਕਰ ਸਕਦਾ ਵੀ ਮੈਂ ਸਦਾ ਵਾਸਤੇ ਜੀਵਾਂਗਾ, ਪਰ ਤਾਂ ਵੀ ਅਗਿਆਨਤਾ ਵਸ ਹੋ ਕੇ ਇਹ ਜੀਵਨ ਨੂੰ ਸਵਾਰਿਆ ਨਹੀਂ ਜਾਂਦਾ। ਸੋ ਸਤਿਗੁਰੂ ਜੀ ਨੇ ਕਿਹਾ, ਭਾਈ 84 ਲੱਖ ਜੋਨ ਮਹਿ ਉੱਤਮ ਜਨਮ ਸੋ ਮਾਨਸ ਦੇ ਹੀ। ਗੁਰਬਾਣੀ ਚਾਨਣ ਹੈ, ਗੁਰਬਾਣੀ ਨੇ ਦੱਸਿਆ। ਜੇਕਰ ਗੁਰਬਾਣੀ ਦੇ ਲੜ ਲੱਗਾਂਗੇ ਤਾਂ ਹੀ ਜੀਵਨ ਦੀ ਸੱਚਾਈ ਦਾ ਪਤਾ ਲੱਗੇਗਾ, ਨਹੀਂ ਤੇ ਐਵੇਂ ਗਵਾ ਲਵਾਂਗੇ। ਹੁਣ ਵੇਖੋ, ਜਿੰਨਾ ਚਿਰ ਬੰਦਾ ਮਾਇਆ ਦੇ ਵਿੱਚ ਹੋਵੇ ਨਾ, ਮਾਇਆ ਦੇ ਪ੍ਰਭਾਵ ਅਧੀਨ, ਬੰਦਾ ਨਹੀਂ ਸਮਝ ਸਕੇਗਾ ਕਿ ਇਹਦੀ ਕੀਮਤ ਕੀ ਹੈ। ਮਾਇਆ ਦੇ ਪ੍ਰਭਾਵ ਅਧੀਨ ਬੰਦਾ ਰੱਬ ਨੂੰ ਕਿੱਥੇ ਚੇਤੇ ਕਰਦਾ ਹੈ? ਰੱਬ ਨੂੰ ਚੇਤੇ ਕਰਦਾ ਦੁਖੀ ਬੰਦਾ। ਜਿਹਦੇ ਕੋਲ ਸੁੱਖ ਹੈ ਉਹ ਤੇ ਇੱਥੋਂ ਤੱਕ ਵੀ ਆਖ ਦਿੰਦਾ ਕਿਹੜੇ ਰੱਬ ਦੀਆਂ ਗੱਲਾਂ ਕਰਦੇ। ਦੁਖੀ ਬੰਦਾ ਰੱਬ ਨੂੰ ਚੇਤੇ ਕਰਦਾ ਹੈ। ਸੋ ਇਸ ਕਰਕੇ ਦੁੱਖ ਆਵੇ ਹੀ ਨਾ। ਮਹਾਰਾਜ ਜੀ ਫਰਮਾਉਂਦੇ, ਬਾਣੀ ਸਾਨੂੰ ਚਾਨਣ ਰਾਹ ਵਿਖਾਉਂਦੀ, ਭਾਈ ਜੇਕਰ ਆਪਣੇ ਜੀਵਨ ਨੂੰ ਸਫਲਾ ਕਰਨਾ ਚਾਹੁੰਦਾ ਹੈ ਤੇ ਗੁਰਬਾਣੀ ਚਾਨਣ ਹੈ। ਗੁਰਬਾਣੀ ਰੂਪੀ ਪ੍ਰਕਾਸ਼ ਤੋਂ ਆਪਣੇ ਜੀਵਨ ਦਾ ਰਾਹ ਵੇਖ ਲੈ ਵੀ ਕੀ ਰਾਹ ਹੈ। ਸਾਹਿਬ ਜੀ ਰੋਜ਼ ਸਾਨੂੰ ਦੱਸਦੇ, ਭਈ ਪ੍ਰਾਪਤ ਮਾਨੁਖ ਦੇ ਹੁਰੀਆ, ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ। ਇਹ ਜਿਹੜਾ ਜੀਵਨ ਮਿਲਿਆ ਹੈ ਇਹ ਗੋਬਿੰਦ ਨੂੰ ਮਿਲਣ ਦੀ ਵਾਰੀ ਹੈ। ਮਹਾਰਾਜ ਜੀਵਨ ਤੇ ਮਿਲਿਆ, ਮੈਂ ਕੋਈ ਕੰਮ ਧੰਦਾ ਨਾ ਕਰਾਂ? ਕਿੰਨੇ ਕੰਮ ਹਨ। ਮਹਾਰਾਜ ਫਰਮਾਉਂਦੇ, ਕਰ ਸਾਰਾ ਕੁਝ ਕਿਰਤ ਵਿਰਤ ਕਰਨੀ ਚਾਹੀਦੀ ਹੈ। ਹੁਣ ਭਗਤ ਤਰਲੋਚਨ ਜੀ ਤੇ ਭਗਤ ਨਾਮਦੇਵ ਜੀ ਦੀ ਇੱਕ ਬੜੀ ਸੋਹਣੀ ਵਾਰਤਾਲਾਪ ਹੈ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਵਿੱਚ। ਉਹ ਕਹਿੰਦੇ, ਨਾਮਾ ਮਾਇਆ ਮੋਹਿਆ ਕਹਿ ਤਿਲੋਚਨ ਮੀਤ। ਨਾਮਦੇਵ ਜੀ ਨਾ ਆਪਣੇ ਘਰ ਦਾ ਕੰਮਕਾਰ ਕਰਦੇ ਸਨ, ਆਪਣੀ ਕਿਰਤ ਬਿਰਤ ਕਰਦੇ ਸਨ। ਨਾਮਦੇਵ ਜੀ ਨੇ ਕਿਰਤ ਕੀਤੀ। ਜਿਸ ਵੇਲੇ ਉਹ ਕਿਰਤ ਵੀ ਕਰਦੇ ਹਨ ਤੇ ਨਾ ਭਗਤ ਤਰਲੋਚਨ ਜੀ ਨੇ ਵੇਖਿਆ ਵੀ ਨਾਮਦੇਵ ਜੀ ਤੇ ਆਪਣੇ ਘਰ ਦੇ ਕੰਮਕਾਰ ਦੇ ਵਿੱਚ ਲੱਗ ਗਏ, ਤੇ ਕਹਿਣ ਲੱਗੇ, ਨਾਮਦੇਵ ਜੀ ਫਸ ਗਏ ਨਾ ਮਾਇਆ ਦੇ ਜੰਜਾਲ ਦੇ ਵਿੱਚ। ਭਗਤ ਜੀ ਨੇ ਇੱਕ ਆਖ ਲਈ ਵੀ ਉਹਨਾਂ ਨੂੰ ਮਜ਼ਾਕ ਕੀਤਾ ਤਰਲੋਚਨ ਜੀ ਨੇ, ਨਾਮਦੇਵ ਜੀ ਤੁਸੀਂ ਵੀ ਮਾਇਆ ਦੇ ਜੰਜਾਲ ਦੇ ਵਿੱਚ ਫਸ ਗਏ, ਇਹ ਘਰ ਦੇ ਸੰਸਾਰ ਦੇ ਕੰਮਾਂ ਕਾਰਾਂ ਦੇ ਵਿੱਚ। ਨਾਮਾ ਮਾਇਆ ਮੋਹਿਆ ਕਹਿ ਤਿਲੋਚਨ ਮੀਤ, ਕਾਹੇ ਛਿਪੋ ਛਾਇਲੇ ਰਾਮ ਨਾ ਲਾਭੋ ਚੀਤ। ਨਾਮਦੇਵ ਜੀ ਰੱਬ ਨੂੰ ਛੱਡ ਕੇ ਘਰ ਦੇ ਕਾਰੋਬਾਰਾਂ ਦੇ ਵਿੱਚ, ਧੰਦਿਆਂ ਦੇ ਵਿੱਚ ਉਲਝ ਗਏ। ਫਿਰ ਨਾਮਦੇਵ ਜੀ ਨੇ ਅੱਗੋਂ ਜਵਾਬ ਦਿੱਤਾ, ਨਾਮਾ ਕਹਿ ਤਿਲੋਚਨਾ ਮੁਖ ਤੇ ਨਾਮ ਸਮਾਲ। ਨਾਮਦੇਵ ਜੀ ਆਖਣ ਲੱਗੇ, ਨਹੀਂ ਤਰਲੋਚਨ ਜੀ, ਮਾਇਆ ਦੇ ਵਿੱਚ ਮੋਏ ਨਹੀਂ ਗਏ। ਅਸਲ ਦੇ ਵਿੱਚ ਗੱਲ ਇਹ ਹੈ ਕਿ ਸੰਸਾਰ ਦੇ ਵਿੱਚ ਆਪਣੇ ਜੀਵਨ ਦੇ ਨਿਰਵਾਹ ਕਰਨ ਵਾਸਤੇ ਕੰਮਕਾਰ ਕਰਨਾ ਪੈਣਾ ਹੈ। ਗੁਰੂ ਹਰਗੋਬਿੰਦ ਸਾਹਿਬ ਨੇ ਕਿਹਾ, ਮਾਇਆ ਗੁਜ਼ਰਾਨ ਹੈ। ਮਾਇਆ ਬਿਨਾਂ ਗੱਡੀ ਵੀ ਨਹੀਂ ਚੱਲਦੀ ਜੀਵਨ ਦੇ ਵਿੱਚ, ਪਰ ਇਹ ਮਾਇਆ ਦੇ ਵਿੱਚ ਹੀ ਬੰਦਾ ਫਸ ਨਾ ਜਾਵੇ। ਹੁਣ ਨਾਮਦੇਵ ਜੀ ਨੇ ਅੱਗੋਂ ਤਰਲੋਚਨ ਜੀ ਨੂੰ ਕਹਿਣਾ ਕੀਤਾ, ਨਾਮਾ ਕਹਿ ਤਿਲੋਚਨਾ ਮੁਖ ਤੇ ਨਾਮ ਸਮਾਲ। ਆਖਣ ਲੱਗੇ, ਤਰਲੋਚਨ ਜੀ ਆਪਣੀ ਜ਼ੁਬਾਨ ਦੇ ਨਾਲ, ਆਪਣੇ ਮਨ ਦੇ ਨਾਲ ਰੱਬ ਦਾ ਨਾਮ ਲੈਣਾ ਚਾਹੀਦਾ ਹੈ। ਹਾਥ ਪਾਮ ਕਰ ਕਾਜ ਸਭ ਚੀਤ ਨਿਰੰਜਨ ਨਾਲ। ਹੱਥੀ ਪੈਰੀ ਆਪਣਾ ਕੰਮ ਕਰੋ, ਹੱਥਾਂ ਪੈਰਾਂ ਦੇ ਨਾਲ, ਤੇ ਜਿਹੜਾ ਆਪਣਾ ਚਿੱਤ ਹੈ, ਜਿਹੜਾ ਆਪਣਾ ਮਨ ਹੈ, ਉਹ ਰੱਬ ਦੇ ਵੱਲ ਲਾਓ, ਰੱਬ ਦੇ ਸਿਮਰਨ ਦੇ ਵੱਲ ਲਾਓ। ਇਸ ਤਰ੍ਹਾਂ ਜੀਵਨ ਸਫਲਾ ਹੋਵੇਗਾ। ਸੋ ਇਸੇ ਤਰ੍ਹਾਂ ਸਤਿਗੁਰੂ ਗੁਰੂ ਅਰਜਨ ਸਾਹਿਬ ਨੇ ਕਿਹਾ, ਭਈ ਪ੍ਰਾਪਤ ਮਾਨੁਖ ਦੇ ਹੁਰੀਆ, ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ। ਅਵਰ ਕਾਜ ਤੇਰਾ ਕਿਤੈ ਨਾ ਕਾਮ, ਮਿਲ ਸਾਧ ਸੰਗਤ ਭਜ ਕੇਵਲ ਨਾਮ। ਜੇ ਬਾਕੀ ਸਾਰੇ ਕੰਮ ਕਰਦੇ ਰਹੇ, ਸੰਸਾਰ ਦੇ ਸਾਰੇ ਕੰਮ ਕਰ ਲਏ, ਪਰ ਜੇਕਰ ਇੱਕ ਕੰਮ ਨਾ ਕੀਤਾ, ਉਹ ਹੈ ਰੱਬ ਦਾ ਨਾਮ, ਫਿਰ ਬਾਕੀ ਸਾਰੇ ਕੰਮਕਾਜ ਕੀਤੇ ਵੀ ਕਿਸੇ ਲੇਖੇ ਨਹੀਂ, ਉਹ ਵੀ ਅਸਫਲ ਹਨ। ਤੇ ਜੇ ਇੱਕ ਕੰਮ ਕਰ ਲਿਆ, ਨਾਲ ਨਾਲ ਆਪਣੀ ਕਿਰਤ ਵਿਰਤ ਕੀਤੀ, ਨਾਲ ਨਾਲ ਧਰਮ ਦੀ ਕਮਾਈ ਕੀਤੀ, ਇਸ ਤਰ੍ਹਾਂ ਸਾਧ ਸੰਗਤ ਜੀ ਜਿੱਥੇ ਲੋਕ ਸਵਰੇਗਾ ਉੱਥੇ ਪਰਲੋਕ ਵੀ ਸਵਰੇਗਾ। ਇਹ ਜੀਵਨ ਦਾ ਇੱਕ ਇੱਕ ਸਵਾਸ, ਜਿਵੇਂ ਆਪਾਂ ਪਹਿਲਾਂ ਵਿਚਾਰ ਕੀਤੀ ਵੀ ਜਿੰਨਾ ਚਿਰ ਸਮਝ ਨਹੀਂ, ਬੰਦਾ ਅਗਿਆਨਤਾ ਵਸ ਹੋ ਕੇ ਅਗਿਆਨਤਾ ਦੇ ਹਨੇਰੇ ਵਿੱਚ ਐਵੇਂ ਗਵਾਈ ਹੁੰਦਾ, ਪਰ ਜਿੱਦਣ ਸਮਝ ਲੱਗ ਗਈ ਉਦਣ ਫਿਰ ਇੱਕ ਇੱਕ ਸਵਾਸ ਦੀ, ਇੱਕ ਇੱਕ ਪਲ ਦੀ ਵੀ ਕੀਮਤ ਪਵੇਗੀ। ਵੇਖੋ, ਜਿੱਦਣ ਬੰਦੇ ਨੂੰ ਇਹ ਪਤਾ ਲੱਗ ਗਿਆ ਨਾ ਵੀ ਮੌਤ ਹੈ। ਗੁਰਬਾਣੀ ਵਿੱਚ ਬਚਨ ਹੁੰਦਾ ਵੀ ਸਾਰੀ ਉਮਰ ਰੱਬ ਨੂੰ ਚੇਤੇ ਨਹੀਂ ਕਰਦਾ, ਜਦੋਂ ਜਮਾਂ ਦਾ ਡੰਡਾ ਆ ਕੇ ਸਿਰ 'ਤੇ ਵੱਜਦਾ ਹੈ ਉਦੋਂ ਫਿਰ ਬੰਦੇ ਨੂੰ ਜਾਗ ਆਉਂਦੀ ਹੈ, ਤੇ ਫਿਰ ਆਉਂਦਾ ਵੀ ਥੋੜ੍ਹਾ ਜਿਹਾ ਸਮਾਂ ਹੋਰ ਮਿਲ ਜਾਏ ਤੇ ਹੁਣ ਰੱਬ ਦਾ ਨਾਮ ਲੈ ਲਾਂ। ਤੇ ਫਿਰ ਜਿਹੜੇ ਲੈਣ ਵਾਸਤੇ ਆਏ ਹੁੰਦੇ ਹਨ ਉਹ ਆਉਂਦੇ ਹਨ ਵੀ
ਸਾਰੀ ਉਮਰ ਸੀ, ਹੁਣ ਤੇ ਜੋ ਸਮਾਂ ਬਖਸ਼ਿਆ ਹੁਣ ਅੱਗੇ ਲੱਗ ਭਾਈ, ਹੁਣ ਸਮਾਂ ਨਹੀਂ। ਪਰ ਜਦੋਂ ਅਖੀਰਲੇ ਸਵਾਸਾਂ ਤੇ ਹੋਵੇ ਉਦੋਂ ਬੰਦਾ ਆਂਦਾ ਵੀ ਹੁਣ ਜਪ ਲਈਏ ਤੇ ਹੁਣ ਪਾਰਾਵਾਰ ਹੋ ਜਾਵੇ। ਪਰ ਅਖੀਰਲੇ ਸਵਾਸਾਂ ਤੇ ਵੀ ਜੇ ਸਮਝ ਆ ਜੇ ਸਾਧ ਸੰਗਤ ਜੀ, ਇਹ ਵੀ ਬੜੀ ਵੱਡੀ ਗੱਲ ਹੈ। ਇਹ ਵੀ ਬੜੀ ਵੱਡੀ ਆਪਣਾ ਦਾਤ ਹੀ ਸਮਝੀਏ ਵੀ ਅਖੀਰ ਵੇਲੇ ਵੀ ਰੱਬ ਚੇਤੇ ਆ ਜਾਏ, ਨਹੀਂ ਤੇ ਆਉਂਦਾ ਨਹੀਂ। ਤੇ ਮਹਾਰਾਜ ਜੀ ਦਾ ਇਹੀ ਫਰਮਾਨ ਹੈ ਭਾਈ, ਦਮ ਦਮ ਸਦਾ ਸੰਭਾਲਦਾ, ਦਮ ਨਾ ਬਿਰਥਾ ਜਾਏ। ਪ੍ਰਭ ਕੀ ਉਸਤਤ ਕਰੋ ਸੰਤ ਮੀਤ, ਸਾਵਧਾਨ ਇਕਾਗਰ ਚੀਤ। ਪ੍ਰਭ ਕੀ ਉਸਤਤ ਕਰੋ ਦਿਨ ਰਾਤ, ਤਿਸਹਿ ਧਿਆਵ ਹੋ ਸਾਸ ਗਰਾਸ। ਵਾਹਿਗੁਰੂ ਦੀ ਉਸਤਤ ਕਰੋ, ਰੱਬ ਦਾ ਨਾਮ ਜਪੋ ਸਾਸ ਗਰਾਸ ਦੇ ਨਾਲ। ਅਖੀਰ ਵੇਲੇ ਜੋ ਲੇਖਾ ਹੋਵੇਗਾ ਸਾਧ ਸੰਗਤ ਜੀ, ਬੰਦਾ ਸੰਸਾਰ ਦੇ ਵਿੱਚ ਆਉਂਦਾ ਕੱਖ ਵੀ ਲੈ ਕੇ ਨਹੀਂ। ਆਪਾਂ ਸਾਰੀ ਜਦੋਂ ਜਨਮ ਹੋਇਆ ਤੇ ਨੰਗੇ ਹੀ ਆਏ ਸਾਂ, ਤਨ ਦੇ ਉੱਤੇ ਛੋਟਾ ਜਿਹਾ ਟਾਕੀ ਵੀ ਨਹੀਂ ਸੀ ਹੈਗੀ। ਬਾਅਦ ਦੇ ਵਿੱਚ ਸਾਰੇ ਜੀਵਨ ਦੇ ਵਿੱਚ ਸਾਰਾ ਕੁਝ ਬਣਾਇਆ ਤੇ ਅਖੀਰ ਦੇ ਵਿੱਚ ਫਿਰ ਆਪਾਂ ਆਮ ਹੀ ਆਨੇ ਆ ਵੀ ਅਖੀਰ ਵੇਲੇ ਕੱਖ ਵੀ ਨਾਲ ਨਹੀਂ ਜਾਣਾ। ਬੰਦੇ ਨੇ ਫਿਰ ਇਹਦਾ ਸਰੀਰ ਵੀ ਇੱਥੇ ਸੜ ਜਾਣਾ, ਪਰ ਨਾਲ ਕੱਖ ਨਹੀਂ ਜਾਣਾ, ਪਰ ਤਾਂ ਵੀ ਬੜਾ ਕੁਝ ਨਾਲ ਜਾਂਦਾ ਹੈ। ਭਾਵੇਂ ਇਹ ਜ਼ਮੀਨ ਜਾਇਦਾਦ ਦੌਲਤ ਇਹ ਨਾਲ ਨਹੀਂ ਜਾਂਦੀਆਂ, ਬੰਦੇ ਦਾ ਸਰੀਰ ਤੱਕ ਨਾਲ ਨਹੀਂ ਜਾਂਦਾ। ਪਰ ਗੁਰੂ ਸਾਹਿਬ ਫਰਮਾਉਂਦੇ, ਜਿਹੜੇ ਬੰਦੇ ਨੇ ਚੰਗਿਆਈਆਂ ਕੀਤੀਆਂ ਹਨ, ਚੰਗੇ ਕਰਮ ਕਮਾਏ ਹਨ ਜਾਂ ਮੰਦੇ ਕਰਮ ਕਮਾਏ ਹਨ, ਇਹ ਅਖੀਰ ਵੇਲੇ ਨਾਲ ਨਿਭਣਗੇ ਤੇ ਉੱਥੇ ਸੱਚੀ ਦਰਗਾਹ ਦੇ ਵਿੱਚ ਲੇਖਾ ਹੋਵੇਗਾ। ਇੱਕ ਛੋਟਾ ਜਿਹਾ ਦ੍ਰਿਸ਼ਟਾਂਤ ਉਸ ਤੋਂ ਬਾਅਦ ਆਪਾਂ ਸਮਾਪਤੀ ਕਰੀਏ ਸਮਝਣ ਵਾਸਤੇ, ਕਿ ਇੱਕ ਵਾਰ ਕੋਈ ਰੱਬ ਦਾ ਪਿਆਰਾ ਸੀ ਤੇ ਉਹਨੇ ਕਿਹਾ ਵੀ ਕਿ ਆਪਣਾ ਅੱਗੇ ਜੋ ਸੱਚੀ ਦਰਗਾਹ ਦੇ ਵਿੱਚ ਜਿੱਥੇ ਲੇਖਾ ਹੁੰਦਾ ਹੈ, ਜਿੱਥੇ ਸਾਰਾ ਕੁਝ ਵਰਤਦਾ ਹੈ, ਕਿਤੇ ਉੱਥੋਂ ਦਾ ਜੋ ਸਾਰਾ ਮਾਹੌਲ ਹੈ ਉਹ ਵੇਖਣ ਨੂੰ ਮਿਲੇ। ਤੇ ਉਹਦੀ ਇਹ ਆਖਦੇ ਵੀ ਇੱਛਾ ਪੂਰੀ ਹੋਈ। ਉਹਨੇ ਆਪਣੀ ਸੁਰਤ ਕਰਕੇ ਉਹ ਸਾਰਾ ਬਿਰਤਾਂਤ ਤੱਕਿਆ ਜਿੱਥੇ ਲੇਖਾ ਹੋ ਰਿਹਾ ਸੀ। ਹੁਣ ਉੱਥੇ ਕੀ ਵੇਖਿਆ ਵੀ ਉਸ ਸੱਚੇ ਦਰਬਾਰ ਦੇ ਅੰਦਰ ਜਦੋਂ ਬੰਦਾ ਜਾਂਦਾ ਹੈ ਮੌਤ ਤੋਂ ਬਾਅਦ, ਤੇ ਉੱਥੇ ਉਹਦੇ ਸਾਰੇ ਚੰਗੇ ਮੰਦੇ ਕਰਮਾਂ ਦਾ ਲੇਖਾ ਹੋ ਰਿਹਾ ਹੈ। ਹੁਣ ਇੱਕ ਪਾਸੇ ਆਂਦੇ ਰੱਬ ਨੇ ਉੱਥੇ ਉਹ ਬੰਦੇ ਖਿਲਾਰੇ ਜਿਨ੍ਹਾਂ ਨੇ ਸਾਰੀ ਉਮਰ ਕੋਈ ਚੱਜ ਦਾ ਕੰਮ ਨਹੀਂ ਸੀ ਕੀਤਾ, ਬੁਰਾਈਆਂ ਕੀਤੀਆਂ, ਮਾੜੇ ਕਰਮ ਕਮਾਏ, ਰੱਬ ਦਾ ਸਿਮਰਨ ਨਹੀਂ ਕੀਤਾ। ਇੱਕ ਪਾਸੇ ਉਹ ਕਤਾਰ ਬਣਾ ਕੇ ਲਾਈਨ ਬਣਾ ਕੇ ਖਲੋਤੇ, ਤੇ ਦੂਜੇ ਪਾਸੇ ਲਾਈਨ ਦੇ ਵਿੱਚ ਉਹ ਸਨ ਜਿਨ੍ਹਾਂ ਨੇ ਵਾਹਿਗੁਰੂ ਦਾ ਨਾਮ ਜਪਿਆ, ਰੱਬ ਨੂੰ ਚੇਤੇ ਕੀਤਾ, ਸਿਮਰਨ ਕੀਤਾ, ਚੰਗੇ ਕਰਮ ਕਮਾਏ। ਇੱਕ ਪਾਸੇ ਲਾਈਨ ਦੇ ਵਿੱਚ ਉਹ ਸਨ। ਹੁਣ ਉਹ ਮਹਾਂਪੁਰਖ ਆਖਣ ਲੱਗੇ ਵੀ ਉੱਥੇ ਵੇਖਣ ਵਾਲੀ ਗੱਲ ਇਹ ਸੀ ਵੀ ਇੱਕ ਪਾਸੇ ਮਨਮੁਖ ਲੋਕ ਸਨ ਤੇ ਇੱਕ ਪਾਸੇ ਗੁਰਮੁਖ ਸਨ ਜਿਨ੍ਹਾਂ ਨੇ ਰੱਬ ਦਾ ਨਾਮ ਜਪਿਆ ਸੀ। ਪਰ ਹੈਰਾਨਗੀ ਉਸ ਵੇਲੇ ਹੋਈ ਜਦੋਂ ਦੋਵੇਂ ਪਾਸੇ ਖਲੋਤੇ ਉੱਥੇ ਰੋ ਰਹੇ ਸਨ। ਜਿਨ੍ਹਾਂ ਨੇ ਮਾੜੇ ਕਰਮ ਕੀਤੇ ਆਂਦੇ ਉਹ ਵੀ ਰੋਂਦੇ ਪਏ ਸਨ, ਤੇ ਜਿਨ੍ਹਾਂ ਨੇ ਰੱਬ ਦਾ ਨਾਮ ਜਪਿਆ ਉਹ ਵੀ ਰੋਂਦੇ ਪਏ ਸਨ। ਹੁਣ ਉਹ ਮਹਾਂਪੁਰਖ ਨੇ ਆਖਿਆ, ਜਿਹੜੇ ਚੰਗੇ ਸਨ ਜਿਨ੍ਹਾਂ ਨੇ ਰੱਬ ਦਾ ਨਾਮ ਜਪਿਆ ਸੀ, ਉਹਨਾਂ ਕੋਲ ਗਏ। ਆਖਣ ਲੱਗੇ, ਭਾਈ ਜਿਹੜੇ ਆ ਇੱਕ ਪਾਸੇ ਖਲੋਤੇ ਨੇ, ਇਹਨਾਂ ਦਾ ਰੋਇਆ ਸਮਝ ਦੇ ਵਿੱਚ ਆਉਂਦਾ ਹੈ ਵੀ ਇਹਨਾਂ ਤੇ ਸਾਰੀ ਉਮਰ ਕੋਈ ਚੱਜ ਦਾ ਕੰਮ ਨਹੀਂ ਕੀਤਾ, ਤੇ ਹੁਣ ਪਛਤਾਵਾ ਹੁੰਦਿਆ ਵੀ ਜੇ ਰੱਬ ਦਾ ਨਾਮ ਜਪ ਲੈਂਦੇ ਤੇ ਕੋਈ ਗੱਲ ਬਣ ਜਾਣੀ ਸੀ, ਪਾਰ ਉਤਾਰਾ ਹੋ ਜਾਣਾ ਸੀ, ਜੰਮਣ ਮਰਨ ਕੱਟਿਆ ਜਾਣਾ ਸੀ। ਇਹ ਤੇ ਹੁਣ ਆਪਣੇ ਲੰਘੇ ਹੋਏ ਸਮੇਂ ਨੂੰ ਉਹਦਾ ਪਛਤਾਵਾ ਕਰਦੇ ਹਨ ਵੀ ਐਵੇਂ ਗਵਾ ਲਿਆ। ਪਰ ਤੁਸੀਂ ਕਿਉਂ ਰੋ ਰਹੇ ਹੋ? ਤੁਹਾਡਾ ਤੇ ਪਾਰ ਉਤਾਰਾ ਹੋਇਆ ਨਾ, ਤੁਸੀਂ ਤੇ ਜਪ ਕੇ ਆਏ, ਤੁਸੀਂ ਤੇ ਸਿਮਰਨ ਕੀਤਾ। ਤੇ ਅੱਗੋਂ ਉਹਨਾਂ ਦਾ ਆਂਦੇ ਜਵਾਬ ਸੀ ਵੀ ਅਸਲ ਦੇ ਵਿੱਚ ਸਾਨੂੰ ਨਾਮ ਦੀ ਕੀਮਤ ਦਾ ਪਤਾ ਨਹੀਂ ਸੀ ਵੀ ਇਸ ਰੱਬ ਦੀ ਸੱਚੀ ਦਰਗਾਹ ਦੇ ਵਿੱਚ ਨਾਮ ਜਪੇ ਦੀ ਇੰਨੀ ਕੀਮਤ ਪੈਂਦੀ ਹੈ। ਜੇਕਰ ਸਾਨੂੰ ਪਤਾ ਪਹਿਲਾਂ ਲੱਗ ਜਾਂਦਾ ਤੇ ਸਾਡੇ ਜੀਵਨ ਦਾ ਇੱਕ ਇੱਕ ਸਵਾਸ ਵੀ ਬਿਰਥਾ ਨਹੀਂ ਸੀ ਜਾਣਾ। ਅਸੀਂ ਇੱਕ ਪਲ ਵੀ ਆਪਣੇ ਜੀਵਨ ਦਾ ਅਜਾਈਂ ਨਹੀਂ ਸੀ ਲੰਘਣ ਦੇਣਾ ਜੇ ਸਾਨੂੰ ਪਹਿਲਾਂ ਨਾਮ ਦੀ ਕੀਮਤ ਦਾ ਪਤਾ ਹੁੰਦਾ ਕਿ ਜੇ ਹੁਣ ਇੰਨਾ ਕੁ ਜਪ ਕੇ ਆਏ ਹਾਂ ਤੇ ਰੱਬ ਨੇ ਪਾਰਾਵਾਰ ਕਰ ਦਿੱਤਾ ਹੈ, ਤੇ ਜੇਕਰ ਹੋਰ ਜਪਿਆ ਹੁੰਦਾ, ਸਾਰਾ ਜੀਵਨ ਲੇਖੇ ਲਾਇਆ ਹੁੰਦਾ, ਫਿਰ ਗੱਲ ਕੀ ਬਣਨੀ ਸੀ। ਇਸ ਕਰਕੇ ਜੀਵਨ ਅਮੋਲਕ ਹੈ। ਇਹ ਸਿੱਖਿਆ ਬਾਣੀ ਤੋਂ ਮਿਲੇਗੀ, ਸਤਿਪੁਰਖਾਂ ਦੇ, ਮਹਾਂਪੁਰਖਾਂ ਦੇ, ਗੁਰਮੁਖਾਂ ਦੇ, ਸਾਧੂ ਜਨਾਂ ਦੇ ਉਪਦੇਸ਼ ਤੋਂ ਮਿਲੇਗੀ ਕਿ ਜੀਵਨ ਨੂੰ ਜੀਵਣਾ ਕਿਵੇਂ ਹੈ। ਜ਼ਿੰਦਗੀ ਸਾਰਿਆਂ ਨੂੰ ਮਿਲੀ ਹੈ, ਪਰ ਜ਼ਿੰਦਗੀ ਜਿਉਣ ਦਾ ਢੰਗ ਉਹਨਾਂ ਨੂੰ ਹੀ ਮਿਲਦਾ ਹੈ ਜਿਹੜੇ ਆਪ ਤੋਂ ਵੱਡਿਆਂ ਦੀ, ਗੁਰਮੁਖਾਂ ਦੀ, ਰੱਬ ਦੇ ਪਿਆਰਿਆਂ ਦੀ, ਸੰਤਾਂ ਮਹਾਂਪੁਰਖਾਂ ਦੀਆਂ ਗੱਲਾਂ ਨੂੰ, ਉਹਨਾਂ ਦੇ ਉਪਦੇਸ਼ ਨੂੰ, ਬਾਣੀ ਨੂੰ ਆਪਣੇ ਜੀਵਨ ਦੇ ਵਿੱਚ ਧਾਰਦੇ ਹਨ। ਸੋ ਆਪਾਂ ਇਹੀ ਯਤਨ ਕਰੀਏ, ਗੁਰਬਾਣੀ ਨੂੰ ਪੜ੍ਹ ਕੇ, ਵਿਚਾਰ ਕੇ ਆਪਣੇ ਜੀਵਨ ਦੇ ਵਿੱਚ ਢਾਲਣ ਦਾ ਯਤਨ ਕਰੀਏ। ਵੱਧ ਤੋਂ ਵੱਧ ਜਿੰਨਾ ਹੋ ਸਕੇ ਮਹਾਰਾਜ ਅੱਗੇ ਇਹ ਅਰਦਾਸ ਕਰੀ, ਸੱਚੇ ਪਾਤਸ਼ਾਹ ਸਾਨੂੰ ਨਾਮ ਦੀ ਦਾਤ ਬਖਸ਼ੋ, ਆਪਣੀ ਸੇਵਾ ਬਖਸ਼ੋ, ਸਿਮਰਨ ਬਖਸ਼ੋ,
ਤੇ ਆਪਸੀ ਪ੍ਰੇਮ ਪਿਆਰ ਏਕਤਾ ਇਤਫਾਕ ਬਖਸ਼ੋ। ਹੋਈਆਂ ਭੁੱਲਾਂ ਦੀ ਖਿਮਾ ਆਪ ਸੰਗਤ ਅਤੇ ਗੁਰੂ ਪਾਤਸ਼ਾਹ ਬਖਸ਼ਣਹਾਰ ਹਨ, ਬਖਸ਼ ਲੈਣਾ ਜੀ। ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਕੋਟਾਨ ਕੋਟ ਸ਼ੁਕਰਾਨਾ। ਇੱਥੋਂ ਦੀ ਸਾਰੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ, ਸਾਰੀਆਂ ਸੰਗਤਾਂ ਦਾ, ਨਗਰ ਨਿਵਾਸੀ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ, ਜਿਨ੍ਹਾਂ ਨੇ ਅੱਜ ਦਾ ਇਹ ਪ੍ਰੋਗਰਾਮ ਸਾਰਾ ਉਲੀਕਿਆ। ਆਪ ਜੀ ਦੇ ਇੱਥੇ ਬੜੇ ਹੀ ਸਤਿਕਾਰਯੋਗ ਭਾਈ ਬਲਵੰਤ ਸਿੰਘ ਜੀ, ਇਹਨਾਂ ਨੇ ਇਹ ਉਪਰਾਲਾ ਕੀਤਾ ਕਿ ਵੱਖ-ਵੱਖ ਪਿੰਡਾਂ ਦੇ ਵਿੱਚ ਜਾ ਕੇ ਰੋਜ਼ਾਨਾ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਹਿਲੇ ਪ੍ਰਕਾਸ਼ ਪੁਰਬ ਨੂੰ ਮੁੱਖ ਰੱਖਦਿਆਂ ਸਮਾਗਮ ਕਰ ਰਹੇ ਹਨ। ਸੋ ਇਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ। ਮਹਾਰਾਜ ਇਹਨਾਂ ਨੂੰ ਚੜ੍ਹਦੀ ਕਲਾ ਬਖਸ਼ਣ, ਸੁਮਤ ਬਖਸ਼ਿਸ਼ ਕਰਕੇ ਸੱਚੇ ਪਾਤਸ਼ਾਹ ਸਿੱਖੀ ਦਾ ਪ੍ਰਚਾਰ ਪ੍ਰਸਾਰ ਕਰਨ ਦੀ ਦਾਤ ਬਖਸ਼ਣ। ਫਤਿਹ ਬੁਲਾਈਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪ ਜੀ ਕਥਾ ਵਿਚਾਰਾਂ ਸਰਵਣ ਕਰ ਰਹੇ ਸੀ। ਬੜੇ ਹੀ ਅਦਬ, ਸਤਿਕਾਰ ਅਤੇ ਸ਼ਰਧਾ ਭਾਵਨਾ ਦੇ ਨਾਲ ਸਾਧ ਸੰਗਤ ਬੜੇ ਆਰਾਮ ਦੇ ਨਾਲ ਸਾਰੇ ਸੁਣ ਰਹੇ ਸੀ। ਕਿਸੇ ਬੱਚੇ ਨੇ ਵੀ ਚੂਹ ਨਹੀਂ ਕੀਤੀ। ਬੜਾ ਰਸ ਬਣਿਆ ਹੋਇਆ ਸੀ, ਪਰ ਸਮਾਂ ਜਿਹੜਾ ਜਿੰਨਾ ਉਲੀਕਿਆ ਸਾਧ ਸੰਗਤ ਉਹ ਪੂਰਾ ਹੋ ਚੁੱਕਿਆ ਸੀ। ਕੱਲ ਜਿਹੜਾ ਪ੍ਰੋਗਰਾਮ ਹੈ ਉਹ ਪਿੰਡ ਬੇਰਾ ਦੇ ਵਿੱਚ ਹੈ। ਉੱਥੇ ਵੀ ਕਿਸੇ ਸੰਗਤ ਦੇ, ਕਿਸੇ ਜੀਵ ਨੇ ਜਾਣਾ ਹੋਵੇ ਤੇ ਸਾਧ ਸੰਗਤ 7 ਤੋਂ ਲੈ ਕੇ ਉਹ 9 ਵਜੇ ਤੱਕ ਦਾ ਪ੍ਰੋਗਰਾਮ ਹੈ। ਸਾਰਿਆਂ ਨੂੰ ਬੇਨਤੀ ਹੈ, ਸਾਧ ਸੰਗਤ ਭਾਈ ਸਾਹਿਬ ਜੀ ਬਹੁਤ ਅੱਛੀ ਤਰ੍ਹਾਂ ਸਮਝਾ ਕੇ ਗਏ ਹੈ। ਮੈਂ ਸਮਝਦਾ ਕਿ ਦੁਬਾਰਾ ਕੋਈ ਜ਼ਰੂਰਤ ਨਹੀਂ ਮੈਨੂੰ ਕੋਈ ਦੱਸਣ ਦੀ। ਅਸੀਂ ਨਗਰਾਂ ਦੇ ਵਿੱਚ, ਪਿੰਡ ਦੇ ਵਿੱਚ, ਇਲਾਕੇ ਦੇ ਵਿੱਚ ਸਾਰੇ ਹੀ ਮਿਲ ਜੁਲ ਕੇ ਰਹੀਏ। ਸਾਧ ਸੰਗਤ ਲੰਮੀਆਂ ਜ਼ਿੰਦਗੀਆਂ ਨਹੀਂ, ਤ੍ਰੇਤਾ ਵਿੱਚ ਜੀਵ ਦੀਆਂ ਲੰਮੀਆਂ ਸੀ। 10,000 ਸਾਲ ਉਮਰ ਬੰਦੇ ਦੀ ਹੁੰਦੀ ਸੀ। ਦੁਆਪਰ ਵਿੱਚ ਜ਼ਿਆਦਾ ਲੰਮੀ ਉਮਰ ਸੀ। ਕਲਯੁਗ ਦੇ ਵਿੱਚ ਸਾਧ ਸੰਗਤ ਸਾਡੀਆਂ ਜਿਹੜੀਆਂ ਉਮਰਾਂ ਨੇ ਨਾ, ਉਹ ਬੜੀਆਂ ਥੋੜੀਆਂ ਨੇ, ਬਹੁਤ ਥੋੜੀਆਂ ਨੇ ਸਾਡੀਆਂ ਉਮਰਾਂ। ਜ਼ਿਆਦਾ ਤੋਂ ਜ਼ਿਆਦਾ 60 ਸਾਲ ਤੋਂ ਬਾਅਦ, ਤੁਹਾਨੂੰ ਪਤਾ ਸਾਰਿਆਂ ਦੀਆਂ ਬ੍ਰੇਕਾਂ, 40 ਸਾਲ ਤੋਂ ਬਾਅਦ ਸਾਨੂੰ ਬਿਮਾਰੀਆਂ ਲੱਗ ਜਾਂਦੀਆਂ ਨੇ। ਇਸ ਕਾਰਨ ਸਾਧ ਸੰਗਤ ਅਵਸਰ ਬੀਤੋ ਜਾਤ ਹੈ। ਸਮਾਂ ਆਪਣੀ ਰਫ਼ਤਾਰ ਦੇ ਨਾਲ ਨਿਕਲਦਾ ਪਿਆ ਜਾ ਰਿਹਾ ਹੈ। ਅਸੀਂ ਸਾਧ ਸੰਗਤ ਸੱਚੇ ਮੁਰਸ਼ਿਦ ਦੇ ਲੜ ਲੱਗੀਏ। ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਹੋ ਕਰਕੇ ਜੀਵਨ ਨੂੰ ਬਤੀਤ ਕਰੀਏ ਤੇ ਭਰੋਸਾ ਗੁਰੂ ਗ੍ਰੰਥ ਸਾਹਿਬ ਤੇ ਰੱਖੀਏ। ਜਿਸ ਇਲਾਕੇ ਵਿੱਚ ਰਹਿੰਦੇ ਹੋਈਏ, ਜਿਸ ਨਗਰ ਵਿੱਚ ਰਹਿੰਦੇ ਹੋਈਏ, ਸਾਧ ਸੰਗਤ ਏਕਤਾ ਇਤਫਾਕ ਆਪਣੇ ਪਿੰਡ ਦਾ ਨਾਮ ਸਾਧ ਸੰਗਤ ਉੱਚਾ ਕਰੀਏ। ਮੈਂ ਸਾਧ ਸੰਗਤ ਥੋੜੇ ਦਿਨ ਪਹਿਲਾਂ ਨਾ ਕਿਤੇ ਬਾਹਰ ਗਿਆ ਸੀ। ਉੱਥੇ ਨਾ ਮੈਨੂੰ ਇੱਕ ਬੰਦੇ ਨੇ ਜਦੋਂ ਗੱਲ ਕਹੀ ਨਾ, ਮੇਰੇ ਮਨ ਨੂੰ ਬਹੁਤ ਜ਼ਿਆਦਾ ਛੂਹ ਕੇ ਗਈ। ਕਹਿੰਦਾ ਕਿ ਕਿਤੇ ਸਮਾਂ ਸੀ, ਸਾਰੇ ਇਲਾਕੇ ਦੇ ਵਿੱਚ 3 ਪਿੰਡਾਂ ਦਾ ਬਹੁਤ ਜ਼ਿਆਦਾ ਨਾਮ ਸੀ। ਸਭ ਤੋਂ ਪਹਿਲਾਂ ਉਹਨਾਂ ਨੇ ਵਾਸਪੁਰ ਦਾ ਨਾਮ ਲਿਆ, ਉਸ ਤੋਂ ਬਾਅਦ ਉਹਨਾਂ ਨੇ ਅਵਤਾਲ ਦਾ ਨਾਮ ਲਿਆ, ਤੀਜੇ ਨੰਬਰ ਤੇ ਉਹਨਾਂ ਨੇ ਪਿੰਡ ਕਰਾਲੀਆਂ ਦਾ ਨਾਮ ਲਿਆ। ਕਹਿੰਦਾ ਕਿ ਇੱਥੋਂ ਜਿਹੜੇ ਸੀ, ਇੱਥੋਂ ਲੋਕ ਜਿਹੜੇ ਸੀ ਸਿੱਖਦੇ ਸੀ ਸਾਧ ਸੰਗਤ। ਉਸੇ ਹੀ ਲੜੀ ਨੂੰ ਸਾਧ ਸੰਗਤ ਅਸੀਂ ਅੱਗੇ ਲੈ ਕੇ ਜਾ ਰਹੇ ਹਾਂ, ਮਿਹਨਤ ਕਰ ਰਹੇ ਹਾਂ ਸਾਧ ਸੰਗਤ ਹਰ ਪਿੰਡ ਦੇ ਵਿੱਚ। ਤੇ ਸਾਧ ਸੰਗਤ ਇਕੱਲੇ ਗੁਰਸਿੱਖੀ ਵੱਲ ਸਾਧ ਸੰਗਤ ਲੋਕਾਂ ਨੂੰ ਪ੍ਰੇਰ ਨਹੀਂ ਰਿਹਾ। ਆਪਣੇ ਬੰਦਿਆਂ ਦੀਆਂ ਜਿਹੜੀਆਂ ਤਕਲੀਫਾਂ ਨੇ, ਮੈਂ ਐਡਵਾਈਜ਼ਰੀ ਕਮੇਟੀ ਨੂੰ ਵੀ ਕੱਲ ਕਿਹਾ, ਮੈਂ ਕਿਹਾ ਸਾਨੂੰ ਤੁਸੀਂ 5.5 ਲੱਖ ਦੇ ਕੇ ਨਿਬੇੜ ਦਿੱਤਾ, 11 ਲੱਖ ਕਦੋਂ ਆਉਣਾ ਸਾਡਾ। ਉਸ ਵਾਸਤੇ ਵੀ ਸਾਧ ਸੰਗਤ ਅਸੀਂ ਫੌਜੀਆਂ ਦੀ ਵੱਡੀ ਮੀਟਿੰਗ ਕਰਨ ਤੋਂ ਬਾਅਦ ਪੂਰੀ ਐਡਵਾਈਜ਼ਰ ਜਿਹੜੀ ਕਮੇਟੀ ਹੈ ਉਸਨੂੰ ਇੱਕ ਥਾਂ ਤੇ ਬੁਲਾਵਾਂਗੇ। ਸਾਡੇ ਜਿਹੜੇ ਮਸਲੇ ਨੇ, ਸਾਡੀਆਂ ਜਿਹੜੀਆਂ ਮੰਗਾਂ ਨੇ ਸਾਧ ਸੰਗਤ, ਉਹ ਵੀ ਅਸੀਂ ਧਿਆਨ ਦੇ ਵਿੱਚ ਰੱਖ ਰਹੇ ਹਾਂ। ਆਪਣੇ ਬੰਦਿਆਂ ਦੀਆਂ ਤਕਲੀਫਾਂ, ਸਾਰੇ ਹੀ ਜੀਵ ਸਾਧ ਸੰਗਤ ਇੱਥੋਂ ਦੇ ਨਗਰ ਦੇ ਸਾਧ ਸੰਗਤ ਬਹੁਤ ਚੰਗੇ ਨੇ। ਮਿਲ ਕੇ ਰਹੋ ਸਾਧ ਸੰਗਤ, ਏਕਤਾ ਬਣਾ ਕੇ ਰੱਖੋ। ਇਹ ਆਪਣੀ ਗੱਲ ਹੈ ਜਿਹੜੀ ਪਿੰਡ ਦੀ, ਸਾਧ ਸੰਗਤ ਕਿਤੇ ਬਾਹਰ ਨਾ ਕਰੋ, ਮੁੱਠ ਬਣਾ ਕੇ ਚਲੋ। ਮੈਂ ਕਈ ਵਾਰ ਬੇਨਤੀ ਕੀਤੀ ਹੈ, ਦੁਬਾਰਾ ਕਰ ਦੇਣਾ, ਮੁੱਠ ਦੇ ਵਿੱਚ ਬਹੁਤ ਜ਼ਿਆਦਾ ਤਾਕਤ ਹੈ। ਜੇ ਤੁਹਾਡੀ ਮੁੱਠ ਬੰਦ ਹੈ ਨਾ, ਉਸ ਦੇ ਵਿੱਚ ਬਹੁਤ ਜ਼ਿਆਦਾ ਤਾਕਤ ਹੈ।